ਤੁਹਾਡਾ ਸਵਾਗਤ ਹੈ। ਇਹ 7ਵੇਂ ਹਫ਼ਤੇ ਦਾ ਦੂਜਾ ਲੈਕਚਰ ਹੋਵੇਗਾ। ਇਸ ਲਈ ਇੱਥੇ ਇੱਕ ਤਸਵੀਰ ਹੈ ਜੋ ਬਿਆਨ ਕਰਦੀ ਹੈ ਕਿ ਅਸੀਂ ਪਿਛਲੇ ਮੋਡਿਊਲ ਵਿੱਚ ਕੀ ਕੀਤਾ ਸੀ। ਇਸ ਲਈ ਸਟੈਂਡਰਡ ਸਥਿਤੀ ਇਹ ਹੈ ਕਿ ਵੇਵ ਐਕਸਟ੍ਰੀਮ ਖੱਬੇ ਪਾਸੇ ਤੋਂ ਆਉਂਦੀ ਹੈ ਅਤੇ ਬਾਉਂਡਰੀ ਨੂੰ x ਬਰਾਬਰ 0 ਤੇ ਹਿੱਟ ਕਰਦੀ ਹੈ। ਇਸ ਲਈ ਮੀਡੀਆ ਵਿੱਚ ਬਦਲਾਅ ਆਉਂਦਾ ਹੈ। ਵੇਵ ਦਾ ਇੱਕ ਹਿੱਸਾ ਦੂਜੇ ਮੀਡੀਅਮ ਵਿੱਚ ਟ੍ਰਾਂਸਮਿਟ ਹੋ ਜਾਂਦਾ ਹੈ ਅਤੇ ਇੱਕ ਹੋਰ ਪਾਥ ਪਹਿਲੇ ਮੀਡੀਅਮ ਵਿੱਚ ਵਾਪਸ ਰਿਫਲੈਕਟ ਹੋ ਜਾਂਦਾ ਹੈ। ਇਸ ਲਈ ਅਸੀਂ ਇੱਕ ਇਨਸੀਡੈਂਟ ਵੇਵ ਦੀ ਪਛਾਣ ਕਰ ਸਕਦੇ ਹਾਂ। ਉਦਾਹਰਨ ਲਈ, ਜਿਵੇਂ ਕਿ ਇਸ ਯੋਜਨਾਬੱਧ ਚਿੱਤਰ ਵਿੱਚ ਦਿਖਾਇਆ ਗਿਆ ਹੈ, ਇਸ ਲਈ ਇੱਕ ਇਨਸੀਡੈਂਟ ਵੇਵ ਹੈ ਜਿਸ ਨੂੰ ਮੈਂ ਦੁਬਾਰਾ yi ਕਹਿੰਦਾ ਹਾਂ। y ਦੁਬਾਰਾ ਡਿਸਪਲੇਸਮੈਂਟ ਹੈ ਅਤੇ ਉਹਨਾਂ ਪਾਰਟੀਕਲਸ ਦਾ ਡਿਸਪਲੇਸਮੈਂਟ ਜੋ ਵੇਵ ਬਣਾਉਂਦੇ ਹਨ। ਸਪੇਸ ਅਤੇ ਟਾਈਮ ਦੋਵਾਂ ਦਾ ਇੱਕ ਫੰਕਸ਼ਨ ਹੋਵੇਗਾ। ਇਸ ਲਈ yi x ਅਤੇ t ਦਾ ਇੱਕ ਫੰਕਸ਼ਨ ਹੋਵੇਗਾ। ਇਸ ਲਈ ਇੱਕ ਟ੍ਰਾਂਸਮਿਟਡ ਵੇਵ ਹੈ ਜਿਸ ਨੂੰ ਅਸੀਂ yt ਵਜੋਂ ਲਿਖਦੇ ਹਾਂ ਅਤੇ ਫਿਰ ਇੱਕ ਰਿਫਲੈਕਟਡ ਵੇਵ ਹੈ ਜਿਸ ਨੂੰ ਅਸੀਂ yr ਕਹਿੰਦੇ ਹਾਂ। ਅਤੇ ਮਹੱਤਵਪੂਰਨ ਤੌਰ ਤੇ ਇਹ ਦੋ ਮੀਡੀਅਮ ਜੋ ਹਨ x 0 ਤੋਂ ਘੱਟ ਹੈ ਅਤੇ x 0 ਤੋਂ ਵੱਡਾ ਹੈ, ਉਹਨਾਂ ਨੂੰ ਇੰਪੀਡੈਂਸ ਦੀਆਂ ਵੱਖ-ਵੱਖ ਵੈਲਿਊਜ਼ ਦੁਆਰਾ ਦਰਸਾਇਆ ਗਿਆ ਹੈ। ਇਸ ਲਈ ਅਸੀਂ yi ਨੂੰ x ਅਤੇ t ਦੇ ਫੰਕਸ਼ਨ ਵਜੋਂ ਲਿਖ ਸਕਦੇ ਹਾਂ। ਇਹ ਸਭ ਇੱਥੇ ਲਿਖਿਆ ਗਿਆ ਹੈ। ਅਸੀਂ ਇਸ ਨੂੰ ਪਿਛਲੇ ਮੋਡਿਊਲ ਵਿੱਚ ਦੇਖਿਆ ਹੈ। ਇਸ ਲਈ ਮੈਂ ਸਭ ਕੁਝ ਇੱਕ ਵਾਰ ਫਿਰ ਨਹੀਂ ਦੁਹਰਾਵਾਂਗਾ। ਇਸ ਲਈ ਇਹ ਸਭ ਪ੍ਰੋਬਲਮ ਲਈ ਬੁਨਿਆਦੀ ਸੈਟਿੰਗ ਦਾ ਗਠਨ ਕਰਦਾ ਹੈ। ਇਸ ਲਈ ਅਸਲ ਵਿੱਚ ਬਾਉਂਡਰੀ ਤੇ ਕੀ ਹੁੰਦਾ ਹੈ, ਇਸ ਵਿੱਚ ਮਹੱਤਵਪੂਰਨ ਭੌਤਿਕ ਵਿਗਿਆਨ ਆਉਂਦਾ ਹੈ। ਇਸ ਲਈ ਬਾਉਂਡਰੀ ਤੇ ਅਸੀਂ ਕਿਹਾ ਕਿ ਡਿਸਪਲੇਸਮੈਂਟ ਦਾ ਮੈਚ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿੱਚ x ਬਰਾਬਰ 0 ਤੇ ਬਾਉਂਡਰੀ ਦੇ ਖੱਬੇ ਪਾਸੇ ਅਤੇ ਸੱਜੇ ਪਾਸੇ ਦੇ ਡਿਸਪਲੇਸਮੈਂਟ ਸਟੀਕ ਰੂਪ ਵਿੱਚ ਮੈਚ ਕਰਨੇ ਚਾਹੀਦੇ ਹਨ। ਦੂਜੇ ਸ਼ਬਦਾਂ ਵਿੱਚ ਡਿਸਪਲੇਸਮੈਂਟ ਕੰਟੀਨਿਊਅਸ ਹੋਣੀ ਚਾਹੀਦੀ ਹੈ। ਦੁਬਾਰਾ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਉਂ ਹੋਣਾ ਚਾਹੀਦਾ ਹੈ। ਇਸ ਲਈ ਸਿਰਫ ਇਸ ਲਈ ਕਿ ਬਹੁਤ ਹੀ ਭੌਤਿਕ ਵਿਚਾਰਾਂ ਤੋਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡੇ ਕੋਲ ਇੱਕ ਪਾਸੇ ਬਹੁਤ ਵੱਡਾ ਡਿਸਪਲੇਸਮੈਂਟ ਹੋ ਸਕਦਾ ਹੈ ਅਤੇ ਥੋੜਾ ਜਿਹਾ ਦੂਜੇ ਪਾਸੇ ਤੁਹਾਡੇ ਕੋਲ ਬਹੁਤ ਛੋਟੀ ਡਿਸਪਲੇਸਮੈਂਟ ਹੋ ਸਕਦੀ ਹੈ ਜੋ ਅਸਥਿਰ ਹੈ। ਅਜਿਹੀ ਚੀਜ਼ ਨਹੀਂ ਹੋ ਸਕਦੀ ਪੂਰੀ ਤਰ੍ਹਾਂ ਫਿਜ਼ੀਕਲ ਕੰਸੀਡਰੇਸ਼ਨ ਤੋਂ ਜਦੋਂ ਤੱਕ ਤੁਹਾਡੇ ਕੋਲ ਅਜਿਹੀਆਂ ਚੀਜ਼ਾਂ ਕਰਨ ਲਈ ਕੁਝ ਐਕਸਟਰਨਲ ਫੋਰਸਿਸ ਨਹੀਂ ਹਨ। ਇਸ ਲਈ ਸਾਡੇ ਕੋਲ ਇਸ ਪ੍ਰੋਬਲਮ ਵਿੱਚ ਅਜਿਹੀ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਡਿਸਪਲੇਸਮੈਂਟ ਨੂੰ ਬਾਉਂਡਰੀ ਤੇ ਨਿਰੰਤਰ ਹੋਣਾ ਪਵੇਗਾ। ਦੂਜੀ ਕੰਡੀਸ਼ਨ ਇਹ ਹੈ ਕਿ ਟ੍ਰਾਂਸਵਰਸ ਫੋਰਸ ਉਹ ਫੋਰਸ ਹੈ ਜੋ ਵਰਟੀਕਲ ਦਿਸ਼ਾ ਵਿੱਚ ਕੰਮ ਕਰਦੀ ਹੈ। ਟ੍ਰਾਂਸਫਰ ਫੋਰਸ ਕੰਟੀਨਿਊਅਸ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਫੋਰਸ ਵਿੱਚ ਇੱਕ ਡਿਸਕੰਟੀਨਿਊਟੀ ਹੈ ਤਾਂ ਕਿਸੇ ਦਿਸ਼ਾ ਵਿੱਚ ਇੱਕ ਨੈਟ ਫੋਰਸ ਹੋਵੇਗੀ ਅਤੇ ਇਹ ਪੂਰੀ ਸਟਰਿੰਗ ਨੂੰ ਉਸੇ ਦਿਸ਼ਾ ਵਿੱਚ ਲੈ ਜਾਵੇਗਾ। ਇਸ ਲਈ ਦੁਬਾਰਾ ਇਹ ਅਸਲ ਵਿੱਚ ਕਿਸੇ ਐਕਸਟਰਨਲ ਫੋਰਸ ਆਦਿ ਲਾਗੂ ਕੀਤੇ ਬਿਨਾਂ ਨਹੀਂ ਵਾਪਰਦਾ ਹੈ। ਪਿਛਲੇ ਮੋਡਿਊਲ ਵਿੱਚ ਅਸੀਂ ਇਹ ਦਿਖਾਉਣ ਦੇ ਯੋਗ ਸੀ ਕਿ ਰਿਫਲੈਕਸ਼ਨ ਕੋਐਫੀਸ਼ੀਐਂਟ ਅਤੇ ਟ੍ਰਾਂਸਮਿਸ਼ਨ ਕੋਐਫੀਸ਼ੀਐਂਟ ਸਿਰਫ Z1 ਅਤੇ Z2 ਦੇ ਫੰਕਸ਼ਨ ਹਨ। ਇਸ ਲਈ ਤਸਵੀਰੀ ਤੌਰ ਤੇ ਸਾਡੇ ਕੋਲ ਇਹ ਹੈ ਕਿ ਆਉਣ ਵਾਲੀ ਵੇਵ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੋ ਇਹ ਹੈ, ਇਹ ਆਉਂਦਾ ਹੈ ਅਤੇ ਇੱਥੇ x ਬਰਾਬਰ 0 ਤੇ ਬਾਉਂਡਰੀ ਨੂੰ ਹਿੱਟ ਕਰਦਾ ਹੈ। ਅਤੇ ਜੋ ਮੈਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਹੈ ਵੇਵ ਦਾ ਇੱਕ ਹਿੱਸਾ ਪਹਿਲਾਂ ਹੀ ਬਾਉਂਡਰੀ ਤੋਂ ਰਿਫਲੈਕਟ ਹੋ ਚੁੱਕਾ ਹੈ ਅਤੇ ਇੱਥੇ ਮੈਂ ਇਹ ਮੰਨ ਲਿਆ ਹੈ ਕਿ Z2 ਇਨਫਿਨਿਟੀ ਹੈ, ਜਿਸ ਦਾ ਮਤਲਬ ਹੈ ਕਿ ਦੂਜਾ ਮੀਡੀਅਮ ਵੇਵ ਦੇ ਲੰਘਣ ਲਈ ਇਨਫਿਨਿਟੀ ਰੈਜ਼ਿਸਟੈਂਸ ਦਿੰਦਾ ਹੈ, ਜਿਸ ਦਾ ਮਤਲਬ ਹੈ ਕਿ ਵੇਵ ਅਸਲ ਵਿੱਚ ਦੂਜੇ ਮੀਡੀਅਮ ਵਿੱਚ ਪ੍ਰਵੇਸ਼ ਨਹੀਂ ਕਰ ਸਕਦੀ। ਇਸ ਲਈ ਇਸ ਨੂੰ ਵਾਪਸ ਪਹਿਲੇ ਮੀਡੀਅਮ ਵਿੱਚ ਰਿਫਲੈਕਟ ਕਰਨਾ ਹੋਵੇਗਾ ਜੋ ਹੈ। ਇਸ ਮਾਮਲੇ ਵਿੱਚ ਕੁਝ ਅਜਿਹਾ ਵਾਪਰਦਾ ਹੈ। ਆਓ ਅਸੀਂ ਐਨਰਜੀ ਦੇ ਸੰਦਰਭ ਵਿੱਚ ਰਿਫਲੈਕਸ਼ਨ ਅਤੇ ਟ੍ਰਾਂਸਮਿਸ਼ਨ ਨੂੰ ਵੇਖੀਏ ਕਿਉਂਕਿ ਇਹ ਵੇਵਸ ਵੀ ਐਨਰਜੀ ਲੈ ਕੇ ਜਾਂਦੀਆਂ ਹਨ। ਇਸ ਲਈ ਜਦੋਂ ਕੋਈ ਵੇਵ ਆਉਂਦੀ ਹੈ ਅਤੇ ਬਾਉਂਡਰੀ ਨਾਲ ਟਕਰਾਉਂਦੀ ਹੈ ਤਾਂ ਇਹ ਬਾਉਂਡਰੀ ਤੇ ਕੁਝ ਐਨਰਜੀ ਜਮ੍ਹਾਂ ਕਰ ਰਹੀ ਹੈ। ਇਸ ਲਈ ਉਸ ਐਨਰਜੀ ਦਾ ਇੱਕ ਹਿੱਸਾ ਦੂਜੀ ਬਾਉਂਡਰੀ ਵਿੱਚ ਟ੍ਰਾਂਸਮਿਟ ਹੋ ਰਿਹਾ ਹੈ ਅਤੇ ਉਸ ਐਨਰਜੀ ਦਾ ਇੱਕ ਹਿੱਸਾ ਵਾਪਸ ਰਿਫਲੈਕਟ ਵੀ ਹੋ ਰਿਹਾ ਹੈ। ਇਸ ਲਈ ਅੱਜ ਅਸੀਂ ਇੱਕ ਬਾਉਂਡਰੀ ਤੇ ਵੇਵਸ ਦੇ ਉਸੇ ਤਰ੍ਹਾਂ ਦੇ ਅਸਾਧਾਰਨ ਟ੍ਰਾਂਸਮਿਸ਼ਨ ਅਤੇ ਰਿਫਲੈਕਸ਼ਨ ਨੂੰ ਦੇਖਦੇ ਹਾਂ, ਪਰ ਐਨਰਜੀ ਦੇ ਰੂਪ ਵਿੱਚ। ਮੈਂ ਇੱਕ ਸਿੰਗਲ ਸਧਾਰਨ ਹਾਰਮੋਨਿਕ ਓਸੀਲੇਟਰ ਦੀ ਐਨਰਜੀ ਦੇ ਲਈ ਸਾਡੇ ਮੂਲ ਫਾਰਮੂਲੇ ਨੂੰ ਯਾਦ ਕਰਕੇ ਸ਼ੁਰੂਆਤ ਕਰਨ ਜਾ ਰਿਹਾ ਹਾਂ। ਇਸ ਲਈ ਇੱਥੇ m ਪਾਰਟੀਕਲ ਦਾ ਮਾਸ ਹੈ, ਓਮੇਗਾ ਐਂਗੂਲਰ ਫ੍ਰੀਕੁਐਂਸੀ ਹੈ, e ਐਂਪਲੀਟਿਊਡ ਹੈ।
ਇਸ ਲਈ ਇਹ ਇੱਕ ਸਿੰਗਲ ਸਧਾਰਨ ਹਾਰਮੋਨਿਕ ਓਸੀਲੇਟਰ ਲਈ એનર્ਜੀ ਦਾ ਵੈਧ ਫਾਰਮੂਲਾ ਹੈ। ਹੁਣ ਮੈਂ ਇੱਕ ਸਟ੍ਰਿੰਗ ਦੇ ਕੇਸ ਨੂੰ ਦੇਖ ਰਿਹਾ ਹਾਂ ਜੋ ਓਸੀਲੇਟਿੰਗ ਹੈ। ਇਸ ਲਈ ਜੇਕਰ ਅਸੀਂ ਉਸ ਸਟ੍ਰਿੰਗ ਦੇ ਇਸ ਛੋਟੇ ਜਿਹੇ ਹਿੱਸੇ ਬਾਰੇ ਸੋਚਦੇ ਹਾਂ, ਉਹ ਸਭ ਕੁਝ ਜੋ ਇਹ ਛੋਟਾ ਹਿੱਸਾ ਕਰ ਰਿਹਾ ਹੈ ਉਹ ਸਿਰਫ ਉੱਪਰ ਅਤੇ ਹੇਠਾਂ ਓਸੀਲੇਟ ਕਰ ਰਿਹਾ ਹੈ। ਜਿਸ ਦਾ ਮਤਲਬ ਹੈ ਕਿ ਇਹ ਜ਼ਰੂਰੀ ਤੌਰ ਤੇ ਸਿਰਫ ਸਿੰਗਲ ਸਧਾਰਨ ਹਾਰਮੋਨਿਕ ਓਸੀਲੇਟਰ ਦਾ ਕੰਮ ਕਰ ਰਿਹਾ ਹੈ। ਇਸ ਦਾ ਇਹ ਵੀ ਮਤਲਬ ਹੈ ਕਿ ਮੈਂ ਇੱਕ ਸਧਾਰਨ ਹਾਰਮੋਨਿਕ ਓਸੀਲੇਟਰ ਦੇ ਇਸ એનર્ਜੀ ਫਾਰਮੂਲੇ ਦੀ ਵਰਤੋਂ ਤੁਰੰਤ ਕਰ ਸਕਦਾ ਹਾਂ। ਨਾ ਸਿਰਫ ਇਹ ਓਸੀਲੇਟ ਕਰ ਰਿਹਾ ਹੈ ਪਰ ਡਿਸਟਰਬੈਂਸ ਅਸਲ ਵਿੱਚ ਉਸ ਸਟ੍ਰਿੰਗ ਰਾਹੀਂ ਪ੍ਰੋਪੇਗੇਟ ਕਰ ਰਹੀ ਹੈ ਜੋ ਅੱਧ ਦੇ ਬਰਾਬਰ ਹੋਵੇਗੀ। ਹੁਣ m ਨੂੰ ਰੋ ਲੀਨੀਅਰ ਡੈਂਸਿਟੀ ਨਾਲ ਬਦਲਣਾ ਪਵੇਗਾ। ਇਸ ਲਈ ਜੇਕਰ ਮੈਂ ਵਿਚਾਰ ਕਰਦਾ ਹਾਂ ਤਾਂ ਮੰਨ ਲਓ ਕਿ ਯੂਨਿਟ ਲੰਬਾਈ ਰੋ ਦਾ ਇੱਕ ਛੋਟਾ ਸੈਗਮੈਂਟ ਕੇਵਲ ਮਾਸ ਹੋਵੇਗਾ। ਇਸ ਲਈ ਮੈਂ ਇੱਥੇ m ਨੂੰ ਰੋ ਨਾਲ ਬਦਲ ਰਿਹਾ ਹਾਂ ਓਮੇਗਾ ਸਕੁਏਅਰ ਇਨਟੂ a ਸਕੁਏਅਰ ਮਲਟੀਪਲਾਈ ਬਾਏ ਫੇਜ਼ ਵੈਲੋਸਿਟੀ, ਜਿਸ ਨੂੰ ਮੈਂ c ਦੇ ਰੂਪ ਵਿੱਚ ਲਿਖਾਂਗਾ। ਇਸ ਲਈ ਇਹ ਮੈਨੂੰ ਸਟ੍ਰਿਪ ਦੇ ਨਾਲ એનર્ਜੀ ਦੇ ਟ੍ਰਾਂਸਫਰ ਦੇ ਰੇਟ ਲਈ ਇੱਕ ਫਾਰਮੂਲਾ ਦਿੰਦਾ ਹੈ। ਇਸ ਲਈ ਇਹ ਮੇਰਾ ਮੂਲ ਫਾਰਮੂਲਾ ਬਣਨ ਜਾ ਰਿਹਾ ਹੈ ਜਿਸ ਦੀ ਵਰਤੋਂ ਮੈਂ ਚਰਚਾ ਕਰਨ ਲਈ ਕਰਾਂਗਾ ਸਟ੍ਰਿੰਗ ਦੇ ਨਾਲ ਕਿੰਨੀ એનર્ਜੀ ਟ੍ਰਾਂਸਫਰ ਹੋ ਰਹੀ ਹੈ। ਯਾਦ ਰੱਖੋ ਕਿ ਇਹ ਇੱਕ ਵੇਵ ਲਈ ਹੈ ਜੋ ਸਟ੍ਰਿੰਗ ਦੇ ਨਾਲ ਪ੍ਰੋਪੇਗੇਟ ਕਰ ਰਹੀ ਹੈ। ਪਹਿਲਾ ਸਵਾਲ ਜੋ ਮੈਂ ਜਾਣਨਾ ਚਾਹਾਂਗਾ ਉਹ ਹੈ ਕਿ ਮੰਨ ਲਓ ਬਿੰਦੂ x ਬਰਾਬਰ 0 ਤੇ ਕਿੰਨੀ એનર્ਜੀ ਹੈ, ਜੋ ਕਿ ਮੀਡੀਅਮ 1 ਅਤੇ ਮੀਡੀਅਮ 2 ਵਿਚਕਾਰ ਇੰਟਰਫੇਸ ਹੈ। ਇਸ ਲਈ ਇਹ ਮਾਤਰਾ એનર્ਜੀ ਦੇ ਆਉਣ ਦਾ ਰੇਟ 1/2 ਰੋ 1c 1 ਦੇ ਬਰਾਬਰ ਹੋਵੇਗੀ, ਜੋ ਕਿ ਪਹਿਲੇ ਮੀਡੀਅਮ ਵਿੱਚ ਇਨਕਮਿੰਗ ਵੇਵ ਦੀ ਫੇਜ਼ ਵੈਲੋਸਿਟੀ ਹੈ, ਮਲਟੀਪਲਾਈ ਬਾਏ ਇਹ 1 ਸਕੁਏਅਰ ਜੋ ਇਨਕਮਿੰਗ ਵੇਵ ਦਾ ਐਂਪਲੀਟਿਊਡ ਹੈ, ਮਲਟੀਪਲਾਈ ਬਾਏ ਓਮੇਗਾ ਸਕੁਏਅਰ। ਹੁਣ ਜੋ એનર્ਜੀ x ਬਰਾਬਰ 0 ਤੇ ਆ ਰਹੀ ਹੈ ਉਸ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਰਿਹਾ ਹੈ। ਇੱਕ ਹੈ ਉਸ એનર્ਜੀ ਦਾ ਇੱਕ ਹਿੱਸਾ ਟ੍ਰਾਂਸਮਿਟ ਵੇਵ ਵਿੱਚ ਭੇਜਿਆ ਜਾਂਦਾ ਹੈ ਅਤੇ ਉਸ એનર્ਜੀ ਦਾ ਇੱਕ ਹਿੱਸਾ ਰਿਫਲੈਕਟਿਡ ਵੇਵ ਵਿੱਚ ਵਾਪਸ ਪਾਇਆ ਜਾਂਦਾ ਹੈ। ਇਸ ਲਈ ਇਸ ਕੁੱਲ એનર્ਜੀ ਨੂੰ ਹੁਣ ਇਹਨਾਂ ਦੋ ਹਿੱਸਿਆਂ ਵਿੱਚ ਵੰਡਿਆ ਜਾਣਾ ਚਾਹੀਦਾ ਹੈ। ਇਸ ਲਈ ਫਿਰ ਮੈਨੂੰ ਉਸ ਰੇਟ ਦੀ ਗਣਨਾ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜਿਸ ਤੇ એનર્ਜੀ ਬਾਉਂਡਰੀ ਨੂੰ ਛੱਡਦੀ ਹੈ, ਅਤੇ ਫਾਰਮੂਲੇ ਦੀ ਪਾਲਣਾ ਕਰਦੇ ਹੋਏ ਜੋ ਅਸੀਂ ਪਹਿਲਾਂ ਲਿਖਿਆ ਸੀ ਜੋ 1/2 ਰੋ 1c 1 ਸਕੁਏਅਰ ਓਮੇਗਾ ਸਕੁਏਅਰ ਪਲੱਸ ਹੋਵੇਗਾ। ਬੇਸ਼ੱਕ ਇਹ ਹਿੱਸਾ ਰਿਫਲੈਕਟਿਡ ਕੰਪੋਨੈਂਟ ਲਈ ਸੀ। ਹੁਣ ਮੈਂ ਟ੍ਰਾਂਸਮਿਟ ਹੋਏ ਕੰਪੋਨੈਂਟ ਲਈ એનર્ਜੀ ਲਿਖਾਂਗਾ। ਇਸ ਲਈ ਇਹ 1/2 ਰੋ 2 c2 b ਸਕੁਏਅਰ ਓਮੇਗਾ ਸਕੁਏਅਰ ਹੋਵੇਗਾ। ਅਗਲਾ ਕੰਮ ਜੋ ਮੈਂ ਕਰਨਾ ਚਾਹੁੰਦਾ ਹਾਂ ਉਹ ਹੈ ਇਸ a2 ਅਤੇ b ਨੂੰ a1 ਦੇ ਰੂਪ ਵਿੱਚ ਬਦਲਣਾ, ਅਤੇ ਅਸੀਂ ਅਜਿਹਾ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਇਹ ਰਿਲੇਸ਼ਨ ਹੈ ਜੋ a2 ਅਤੇ a1 ਅਤੇ b ਅਤੇ a1 ਨੂੰ ਜੋੜਦਾ ਹੈ। ਇਸ ਲਈ ਇੱਥੋਂ a2 z1 z2 ਬਾਏ z1 ਪਲੱਸ z2 ਇਨਟੂ a1 ਹੋਵੇਗਾ। ਇਸ ਲਈ ਮੈਂ ਹੁਣ ਇਸ ਰਿਲੇਸ਼ਨ ਦੀ ਵਰਤੋਂ ਕਰਨ ਜਾ ਰਿਹਾ ਹਾਂ। a2 ਅਤੇ b1 ਨੂੰ a1 ਦੇ ਫੇਵਰ ਵਿੱਚ ਬਦਲ ਦਿੱਤਾ ਗਿਆ ਹੈ। ਇਸ ਲਈ ਆਓ ਇਸ ਨੂੰ ਸਰਲ ਕਰੀਏ। ਇਹ ਮੈਨੂੰ 1/2 ਓਮੇਗਾ ਸਕੁਏਅਰ a1 ਸਕੁਏਅਰ ਦੇਣ ਜਾ ਰਿਹਾ ਹੈ ਜੋ ਕਾਮਨ ਹੈ ਜਿਸ ਨੂੰ ਮੈਂ ਕੱਢ ਸਕਦਾ ਹਾਂ, ਅਤੇ ਮੇਰੇ ਕੋਲ ਬਚੇਗਾ z1 ਇਨਟੂ z1 z2 ਹੋਲ ਸਕੁਏਅਰ ਪਲੱਸ z2 ਇਨਟੂ 4 z1 ਸਕੁਏਅਰ ਹੋਲ ਡਿਵਾਈਡ ਬਾਏ z1 ਪਲੱਸ z2 ਹੋਲ ਸਕੁਏਅਰ। ਇਸ ਲਈ ਜੇਕਰ ਮੈਂ z1 ਨੂੰ ਦੁਬਾਰਾ ਬਾਹਰ ਕੱਢਦਾ ਹਾਂ, ਇਸ ਲਈ ਮੇਰੇ ਕੋਲ 1/2 ਓਮੇਗਾ ਸਕੁਏਅਰ a1 ਸਕੁਏਅਰ z1 ਹੋਣਾ ਚਾਹੀਦਾ ਹੈ, ਅਤੇ ਇਹ ਮੈਨੂੰ ਦੇਣ ਜਾ ਰਿਹਾ ਹੈ z1 ਸਕੁਏਅਰ ਪਲੱਸ z2 ਸਕੁਏਅਰ ਮਾਈਨਸ 2 z1 z2 ਪਲੱਸ 4 z1 z2 ਅਤੇ ਪੂਰੀ ਚੀਜ਼ ਨੂੰ z1 ਪਲੱਸ z2 ਹੋਲ ਸਕੁਏਅਰ ਦੇ ਨਾਲ ਡਿਵਾਈਡ ਕੀਤਾ ਜਾਵੇਗਾ। ਹੁਣ ਜੇਕਰ ਤੁਸੀਂ ਨਿਊਮਰੇਟਰ ਨੂੰ ਦੇਖਦੇ ਹੋ
ਤਾਂ ਇਹ ਸਿਰਫ Z1 ਸਕੁਏਅਰ ਪਲਸ Z2 ਸਕੁਏਅਰ ਪਲਸ 2Z1 Z2 ਹੈ ਕਿਉਂਕਿ ਇਹ ਆਖਰੀ ਦੋ ਟਰਮ ਅੰਸ਼ਕ ਤੌਰ ਤੇ ਕੈਂਸਲ ਹੋ ਜਾਣਗੇ। ਇਸ ਲਈ ਅਤੇ ਇਹ ਕੇਵਲ Z1 ਪਲਸ Z2 ਹੋਲ ਸਕੁਏਅਰ ਹੈ। ਇਸ ਲਈ ਨਿਊਮਰੇਟਰ ਅਤੇ ਡਿਨੋਮੀਨੇਟਰ ਕੈਂਸਲ ਹੋ ਜਾਣਗੇ। ਇਸ ਲਈ ਇਹ ਅੰਤ ਵਿੱਚ ਮੈਨੂੰ ਸਿਰਫ ਇਹ ਕੁਆਂਟੀਟੀ ਦੇਣ ਜਾ ਰਿਹਾ ਹੈ 1/2 ਓਮੇਗਾ ਸਕੁਏਅਰ। ਇਹ 1 ਸਕੁਏਅਰ ਟਾਈਮਸ Z1। ਇਸ ਲਈ ਇਹ ਉਹ ਐਨਰਜੀ ਹੈ ਜੋ ਟਰਾਂਸਮਿਟਡ ਅਤੇ ਰਿਫਲੈਕਟਿਡ ਵੇਵ ਵਿੱਚ ਐਕਸਪੈਂਡ ਕਰਦੀ ਹੈ। ਹੁਣ ਜੇਕਰ ਤੁਸੀਂ ਇਸ ਅੰਤਮ ਰਿਲੇਸ਼ਨ ਦੀ ਤੁਲਨਾ ਉਸ ਰੇਟ ਨਾਲ ਕਰਦੇ ਹਾਂ ਜੋ ਅਸੀਂ ਇੱਥੇ ਪ੍ਰਾਪਤ ਕਰਦੇ ਹਾਂ ਜਿਸ ਨਾਲ ਐਨਰਜੀ ਬਾਉਂਡਰੀ ਤੇ x ਬਰਾਬਰ 0 ਤੇ ਪਹੁੰਚਦੀ ਹੈ, ਅਸੀਂ ਦੇਖਾਂਗੇ ਕਿ ਉਹ ਬਿਲਕੁਲ ਬਰਾਬਰ ਹਨ। ਇਹ ਹੈਰਾਨੀਜਨਕ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਰੇਟ ਜਿਸ ਤੇ ਐਨਰਜੀ x ਬਰਾਬਰ 0 ਤੇ ਆ ਰਹੀ ਹੈ, ਉਹ ਰੇਟ ਜਿਸ ਤੇ ਐਨਰਜੀ ਨੂੰ ਟਰਾਂਸਮਿਟਡ ਅਤੇ ਰਿਫਲੈਕਟਿਡ ਵੇਵਸ ਵਿੱਚ ਪੰਪ ਕੀਤਾ ਜਾ ਰਿਹਾ ਹੈ। ਇਸ ਲਈ ਸਪਸ਼ਟ ਤੌਰ ਤੇ ਐਨਰਜੀ ਸੰਤੁਲਨ ਹੈ ਕਿਉਂਕਿ ਅਸੀਂ ਇਹ ਮੰਨ ਲਿਆ ਹੈ ਕਿ ਕੋਈ ਡਿਸਿਪੇਸ਼ਨ ਨਹੀਂ ਹੈ। ਹੁਣ ਅਸੀਂ ਐਨਰਜੀ ਦੇ ਰੂਪ ਵਿੱਚ ਸਭ ਕੁਝ ਲਿਖਣ ਲਈ ਤਿਆਰ ਹਾਂ। ਇਸ ਲਈ ਉਦਾਹਰਨ ਲਈ ਇਸ ਤਰ੍ਹਾਂ ਰਿਫਲੈਕਟਿਡ ਐਨਰਜੀ ਹੋਵੇਗੀ ਅਤੇ ਅਸੀਂ ਸਾਰੇ ਇੱਥੋਂ ਇਸ ਕੁਆਂਟੀਟੀ ਨੂੰ A2/A1 ਨੂੰ ਪਹਿਲਾਂ ਹੀ ਜਾਣਦੇ ਹਾਂ। ਇਸ ਲਈ ਸਪਸ਼ਟ ਤੌਰ ਤੇ ਇਹ ਹੈ Z1 ਮਾਈਨਸ Z2 ਡਿਵਾਈਡ ਬਾਏ Z1 ਪਲਸ Z2 ਹੋਲ ਸਕੁਏਅਰ। ਇਹ ਐਨਰਜੀ ਦਾ ਉਹ ਫ੍ਰੈਕਸ਼ਨ ਹੈ ਜੋ ਵਾਪਸ ਰਿਫਲੈਕਟ ਹੁੰਦਾ ਹੈ। ਹੁਣ ਟਰਾਂਸਮਿਟਡ ਐਨਰਜੀ ਬਾਰੇ ਕੀ? ਤਾਂ ਆਓ ਹੁਣ ਟਰਾਂਸਮਿਟਡ ਐਨਰਜੀ ਦੇ ਫ੍ਰੈਕਸ਼ਨ ਲਈ ਇੱਕ ਸਰਲ ਐਕਸਪ੍ਰੈਸ਼ਨ ਲਿਖਦੇ ਹਾਂ। ਇਸ ਲਈ ਸਪਸ਼ਟ ਤੌਰ ਤੇ ਹੁਣ ਮੇਰੇ ਕੋਲ ਇਹ ਦੋ ਕੁਆਂਟੀਟੀਜ਼ ਹਨ ਜੋ ਰਿਫਲੈਕਟਿਡ ਐਨਰਜੀ ਟੂ ਇਨਸੀਡੈਂਟ ਐਨਰਜੀ ਅਤੇ ਟਰਾਂਸਮਿਟਡ ਐਨਰਜੀ ਟੂ ਇਨਸੀਡੈਂਟ ਐਨਰਜੀ ਦੇ ਅਨੁਪਾਤ ਹਨ। ਇਸ ਲਈ ਇਸ ਨਾਲ ਅਸੀਂ ਕੁਝ ਸਧਾਰਨ ਜਾਂਚ ਕਰ ਸਕਦੇ ਹਾਂ। ਇਸ ਲਈ ਉਦਾਹਰਨ ਲਈ ਕੀ ਹੁੰਦਾ ਹੈ ਜੇਕਰ Z1 Z2 ਦੇ ਬਰਾਬਰ ਹੈ। ਇਸ ਲਈ ਉਸ ਸਥਿਤੀ ਵਿੱਚ ਇਹ ਅਨੁਪਾਤ ਰਿਫਲੈਕਟਿਡ ਐਨਰਜੀ ਬਾਏ ਇਨਸੀਡੈਂਟ ਐਨਰਜੀ 0 ਹੋ ਜਾਵੇਗਾ ਕਿਉਂਕਿ ਤੁਹਾਡੇ ਕੋਲ Z1 ਮਾਈਨਸ Z2 ਟਰਮ ਹੈ। ਜੇਕਰ ਦੋਵੇਂ ਬਰਾਬਰ ਹਨ ਤਾਂ ਇਹ 0 ਹੋ ਜਾਵੇਗਾ ਅਤੇ ਟਰਾਂਸਮਿਟਡ ਐਨਰਜੀ ਦਾ ਕੀ ਹੋਵੇਗਾ? Z1 Z2 ਬਰਾਬਰ ਹਨ। ਇਸ ਲਈ ਉਸ ਸਥਿਤੀ ਵਿੱਚ ਇਹ ਟਰਮ 1 ਹੋਵੇਗੀ ਕਿਉਂਕਿ ਡਿਨੋਮੀਨੇਟਰ ਤੇ 2 ਹੋਵੇਗਾ। ਮੰਨ ਲਓ Z1 ਹੋਲ ਸਕੁਏਅਰ ਅਤੇ ਇਹ ਨਿਊਮਰੇਟਰ ਵਿੱਚ 4 Z1 ਹੋਲ ਸਕੁਏਅਰ ਦੇ ਨਾਲ ਕੈਂਸਲ ਹੋ ਜਾਵੇਗਾ। ਇਸ ਲਈ ਜੇਕਰ Z1 Z2 ਦੇ ਬਰਾਬਰ ਹੈ ਤਾਂ ਰਿਫਲੈਕਟਿਡ ਐਨਰਜੀ ਦਾ ਫ੍ਰੈਕਸ਼ਨ 0 ਹੋਵੇਗਾ ਅਤੇ ਟਰਾਂਸਮਿਟਡ ਐਨਰਜੀ ਦਾ ਫ੍ਰੈਕਸ਼ਨ 1 ਹੋਵੇਗਾ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ Z2 ਦੇ ਬਰਾਬਰ Z1 ਦਾ ਮਤਲਬ ਇਹ ਹੈ ਕਿ ਬਾਉਂਡਰੀ ਦੇ ਖੱਬੇ ਪਾਸੇ ਵਾਲੇ ਅਤੇ ਸੱਜੇ ਪਾਸੇ ਵਾਲੇ ਦੋਵੇਂ ਮੀਡੀਅਮ ਵਿੱਚ ਸਮਾਨ ਇੰਪੀਡੈਂਸ ਹੈ। ਜਿਸ ਦਾ ਮਤਲਬ ਹੈ ਕਿ ਜਿੱਥੋਂ ਤੱਕ ਵੇਵ ਦਾ ਸੰਬੰਧ ਹੈ, ਇਹ ਮੀਡੀਅਮ ਵਿੱਚ ਕੋਈ ਬਦਲਾਅ ਨਹੀਂ ਦੇਖਦਾ ਹੈ ਜੇਕਰ ਇੰਪੀਡੈਂਸਸ ਬਿਲਕੁਲ ਬਰਾਬਰ ਹੋਣ। ਹੁਣ ਤੱਕ ਅਸੀਂ ਇੱਕ ਵੇਵ ਦੀ ਐਨਰਜੀ ਦੀ ਗਣਨਾ ਕਰ ਰਹੇ ਸੀ ਜੋ ਪ੍ਰੋਪੇਗੇਟ ਕਰ ਰਹੀ ਹੈ। ਇਸ ਲਈ ਇਹ ਇੱਕ ਪ੍ਰੋਪੇਗੇਟ ਕਰ ਰਹੀ ਵੇਵ ਲਈ ਐਨਰਜੀ ਹੈ। ਹੁਣ ਅਜਿਹੀ ਸਥਿਤੀ ਵਿੱਚ ਇੱਕ ਸਟੈਂਡਿੰਗ ਵੇਵ ਦੀ ਐਨਰਜੀ ਬਾਰੇ ਕੀ ਕਹੀਏ? ਕੁੱਲ ਐਨਰਜੀ ਕੇਵਲ ਕਾਇਨੈਟਿਕ ਅਤੇ ਪੋਟੈਂਸ਼ੀਅਲ ਐਨਰਜੀ ਦਾ ਜੋੜ ਹੈ। ਤਾਂ ਮੰਨ ਲਓ ਕਿ ਮੇਰੇ ਕੋਲ ਇਹ ਸਟਰਿੰਗ ਹੈ ਅਤੇ ਮੈਂ ਕਿਸੇ ਛੋਟੇ ਹਿੱਸੇ ਨੂੰ ਦੇਖ ਰਿਹਾ ਹਾਂ ਜਿਸ ਦੀ ਲੰਬਾਈ dx ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਕਾਇਨੈਟਿਕ ਐਨਰਜੀ ਮਾਸ ਟਾਈਮਸ ਵੈਲੋਸਿਟੀ ਸਕੁਏਅਰ ਹੋਵੇਗੀ। ਇਸ ਲਈ ਇਹ ਅੱਧਾ ਮਾਸ ਇੱਥੇ ਲੀਨੀਅਰ ਡੈਂਸਿਟੀ ਮਲਟੀਪਲਾਈ dx ਟਾਈਮਸ ਵੈਲੋਸਿਟੀ ਸਕੁਏਅਰ ਹੈ ਜੋ ਕਿ ਇਹ ਪਾਰਟੀਕਲ ਵੈਲੋਸਿਟੀ ਹੈ। ਹੁਣ ਮੈਂ ਇੱਕ ਵੱਡੀ ਲੰਬਾਈ ਤੇ ਐਨਰਜੀ ਦੀ ਗਣਨਾ ਕਰਨਾ ਚਾਹੁੰਦਾ ਹਾਂ ਜਿਸ ਸਥਿਤੀ ਵਿੱਚ ਮੈਂ E ਕਾਇਨੈਟਿਕ ਐਨਰਜੀ ਨੂੰ ਲਿਖਣਾ ਚਾਹੁੰਦਾ ਹਾਂ। ਇਸ ਲਈ ਇਹ ਕਾਇਨੈਟਿਕ ਐਨਰਜੀ ਲਈ ਮੇਰਾ ਐਕਸਪ੍ਰੈਸ਼ਨ ਹੈ।
ਇਸ ਲਈ ਮੰਨ ਲਓ ਕਿ ਕਿਸੇ ਡਿਫੋਰਮਡ ਪੋਜੀਸ਼ਨ ਵਿੱਚ ਪੋਟੈਂਸ਼ੀਅਲ એનર્ਜੀ ਸਟ੍ਰਿੰਗ ਨੂੰ ਡਿਫੋਰਮ ਕਰਕੇ ਉਸ ਪੋਜੀਸ਼ਨ ਵਿੱਚ ਲਿਆਉਣ ਲਈ ਕੀਤੇ ਗਏ ਕੰਮ ਦੀ ਮਾਤਰਾ ਦੇ ਬਰਾਬਰ ਹੋਵੇਗੀ। ਇਸ ਲਈ ਕੰਮ ਸਟ੍ਰਿੰਗ ਵਿੱਚ ਟੈਂਸ਼ਨ ਦੁਆਰਾ ਕੀਤਾ ਜਾਂਦਾ ਹੈ। ਇਸ ਲਈ ਜੇਕਰ ਮੇਰੇ ਕੋਲ ਸਟ੍ਰਿੰਗ ਵਿੱਚ ਯੂਨੀਫਾਰਮ ਟੈਂਸ਼ਨ T ਹੈ, ਅਤੇ ਮੰਨ ਲਓ ਕਿ ਛੋਟਾ ਸੈਗਮੈਂਟ dx ਡਿਫੋਰਮ ਹੋ ਜਾਂਦਾ ਹੈ, ਅਤੇ ਲਿੰਕ ds ਬਣ ਜਾਂਦਾ ਹੈ। ਹੁਣ ਇਸ ਟਰਾਂਸਫੋਰਮੇਸ਼ਨ ਦੇ ਤਹਿਤ ਕਿੰਨੀ એનર્ਜੀ ਪੋਟੈਂਸ਼ੀਅਲ એનર્ਜੀ ਵਜੋਂ ਸਟੋਰ ਕੀਤੀ ਜਾਂਦੀ ਹੈ। ਇਸ ਲਈ ਇੱਥੇ ਮੇਰੇ ਕੋਲ ਪੋਟੈਂਸ਼ੀਅਲ એનર્ਜੀ ਲਈ ਮੇਰਾ ਐਕਸਪ੍ਰੈਸ਼ਨ ਹੈ ਜੋ ਹੈ ਯੂਨੀਫਾਰਮ ਟੈਂਸ਼ਨ T ਨੂੰ ਇਸ ਡਿਫੋਰਮੇਸ਼ਨ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ ਜੋ ਕਿ ds dx ਹੈ। ਇਸ ਲਈ ਜੇ ਤੁਹਾਨੂੰ ਯਾਦ ਹੈ ਕਿ ਕੁਝ ਮੋਡਿਊਲ ਪਹਿਲਾਂ ਤੋਂ ਕਮਜ਼ੋਰ ਹੋ ਸਕਦੇ ਹਨ, ਅਸੀਂ ds ਲਈ ਇੱਕ ਐਕਸਪ੍ਰੈਸ਼ਨ ਲਿਖਿਆ। ਇਸ ਲਈ ਮੈਂ ਇਸ ਲੰਬਾਈ ਦੇ ਸੈਗਮੈਂਟ ds ਦੇ ਲਈ dx ਦੇ ਰੂਪ ਵਿੱਚ ਇੱਕ ਛੋਟਾ ਡੈਰੀਵੇਸ਼ਨ ਵੀ ਦਿੱਤਾ ਹੈ। ਇਸ ਲਈ ਇਹ ਦੁਬਾਰਾ ਇਸ ਧਾਰਨਾ ਦੇ ਅਧੀਨ ਹੈ ਕਿ ਇਹ ਸਭ ਛੋਟੇ ਓਸੀਲੇਸ਼ਨ ਦੇ ਦਾਇਰੇ ਵਿੱਚ ਹੈ। ਇਸ ਲਈ ਹੁਣ ਜਦੋਂ ਸਾਡੇ ਕੋਲ ds ਲਈ ਇਹ ਐਕਸਪ੍ਰੈਸ਼ਨ ਹੈ, ਸਾਨੂੰ ਇੱਥੇ ਬਸ ਇਸ ਐਕਸਪ੍ਰੈਸ਼ਨ ਨੂੰ ਪਲੱਗ ਇਨ ਕਰਨ ਦੀ ਲੋੜ ਹੈ। ਅਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਹ ਉਹ ਹੈ ਜੋ ਮੈਨੂੰ ਪ੍ਰਾਪਤ ਹੁੰਦਾ ਹੈ। ਇਹ ਪੋਟੈਂਸ਼ੀਅਲ એનર્ਜੀ ਹੈ ਇੰਟੀਗਰਲ ਓਵਰ ds dx ds ਜਿਸ ਨੂੰ dx ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਜਿਵੇਂ ਕਿ ਮੈਂ ਇੱਥੇ ਕੀਤਾ ਹੈ। ਇਸ ਲਈ ਸਭ ਕੁਝ ਇਸ ਇਕੁਏਸ਼ਨ ਵਿੱਚ ਫਿੱਟ ਬੈਠਦਾ ਹੈ। ਇਸ ਲਈ ਮੈਂ ਇਸ ਨੂੰ ਹੋਰ ਸਰਲ ਬਣਾ ਸਕਦਾ ਹਾਂ। ਦੁਬਾਰਾ ਛੋਟੇ ਓਸੀਲੇਸ਼ਨ ਦੇ ਦਾਇਰੇ ਦੇ ਅੰਦਰ ਜਦੋਂ ਮੈਂ ਕਹਿੰਦਾ ਹਾਂ ਕਿ ∂x ਕਾਫੀ ਛੋਟਾ ਹੈ, ਜਿਸ ਕੇਸ ਵਿੱਚ ਇਸ ਲਾਲ ਬ੍ਰੈਕਟ ਦੇ ਅੰਦਰ ਕੁਆਂਟੀਟੀ A ਬਣ ਜਾਵੇਗੀ। ਨਾਲ ਹੀ ਇੱਥੇ ਹਾਈ ਆਰਡਰ ਦੀਆਂ ਟਰਮਸ ਹਨ ਜਿਨ੍ਹਾਂ ਨੂੰ ਅਸੀਂ ਇਗਨੋਰ ਕਰਾਂਗੇ ਕਿਉਂਕਿ dy/dx ਕਾਫੀ ਛੋਟਾ ਹੈ। ਇਸ ਲਈ ਜੇਕਰ ਮੈਂ ਇਹਨਾਂ ਲਾਲ ਬ੍ਰੈਕਟਾਂ ਵਿੱਚ ਇਸ ਨੂੰ ਸਬਸਟੀਟਿਊਟ ਕਰਦਾ ਹਾਂ ਤਾਂ ਇਹ 1 ਅਤੇ -1 ਕੈਂਸਲ ਹੋ ਜਾਣਗੇ। ਇਸ ਲਈ ਪੋਟੈਂਸ਼ੀਅਲ એનર્ਜੀ ਲਈ ਮੇਰਾ ਅੰਤਮ ਐਕਸਪ੍ਰੈਸ਼ਨ ਹੇਠਾਂ ਦਿੱਤਾ ਜਾਵੇਗਾ। ਇਸ ਲਈ ਮੈਨੂੰ ਸਿਰਫ yxt ਲਈ ਇੱਕ ਸੋਲਿਊਸ਼ਨ ਮੰਨਣ ਦੀ ਲੋੜ ਹੈ ਅਤੇ ਮੈਨੂੰ ∂y/x ਦੀ ਗਣਨਾ ਅਤੇ y ਨੂੰ ਇੱਥੇ ਸਬਸਟੀਟਿਊਟ ਕਰਨ ਅਤੇ ਇੰਟੀਗਰਲ ਕਰਕੇ ਜਵਾਬ ਪ੍ਰਾਪਤ ਦੀ ਲੋੜ ਹੈ। ਇਸ ਲਈ ਮੈਂ ਇਹ ਮੰਨ ਕੇ ਸ਼ੁਰੂ ਕਰਦਾ ਹਾਂ ਕਿ n ਨਾਰਮਲ ਮੋਡ ਡਿਸਪਲੇਸਮੈਂਟ ਜੋ ਕਿ x ਅਤੇ t ਦਾ ਇੱਕ ਫੰਕਸ਼ਨ ਹੈ ਹੇਠਾਂ ਦਿੱਤੇ ਐਕਸਪ੍ਰੈਸ਼ਨ ਦੁਆਰਾ ਦਿੱਤਾ ਗਿਆ ਹੈ। ਇਸ ਲਈ ਇਸ ਐਕਸਪ੍ਰੈਸ਼ਨ ਵਿੱਚ n ਨਾਰਮਲ ਮੋਡ ਲਈ ਇੰਡੈਕਸ ਨੂੰ ਦਰਸਾਉਂਦਾ ਹੈ ਜਿਸ ਨੂੰ ਅਸੀਂ n ਅਤੇ b ਦੋ ਸੁਪਰਪੋਸਟ ਕੰਪੋਨੈਂਟਾਂ ਦੇ ਇੱਕ ਹੋਰ ਐਂਪਲੀਟਿਊਡ ਤੇ ਵਿਚਾਰ ਕਰ ਰਹੇ ਹਾਂ, ਅਤੇ n ਨਾਰਮਲ ਮੋਡ ਫ੍ਰੀਕੁਐਂਸੀ ਹੈ। ਹੁਣ ਕਾਈਨੈਟਿਕ ਅਤੇ ਪੋਟੈਂਸ਼ੀਅਲ એનર્ਜੀ ਦੀ ਗਣਨਾ ਕਰਨ ਲਈ ਮੈਨੂੰ y ਅਤੇ ∂y/x ਦੀ ਲੋੜ ਹੈ। ਇਸ ਲਈ y ਹੋਵੇਗਾ ynx t ਉਹ ਹੋਵੇਗਾ। ਇਸ ਲਈ ਮੈਂ ਇਹ y.x t ਦੀ ਗਣਨਾ ਕੀਤੀ ਹੈ। ਇਸ ਲਈ ਇਸੇ ਤਰ੍ਹਾਂ ਮੈਨੂੰ ∂y/x ਲਈ ਇੱਕ ਐਕਸਪ੍ਰੈਸ਼ਨ ਦੀ ਵੀ ਲੋੜ ਹੈ। ਇਸ ਲਈ ਇਹਨਾਂ ਦੋ ਐਕਸਪ੍ਰੈਸ਼ਨਾਂ ਦੇ ਨਾਲ ਹੁਣ ਬਾਕੀ ਸਭ ਨੂੰ ਸਾਡੇ ਕਾਈਨੈਟਿਕ ਅਤੇ ਪੋਟੈਂਸ਼ੀਅਲ એનર્ਜੀ ਐਕਸਪ੍ਰੈਸ਼ਨਾਂ ਵਿੱਚ ਸਬਸਟੀਟਿਊਟ ਕੀਤਾ ਗਿਆ ਹੈ। ਇਸ ਲਈ ਆਓ ਪਹਿਲਾਂ ਇਸ ਵਿੱਚ y ਨੂੰ ਸਬਸਟੀਟਿਊਟ ਕਰਕੇ ਕਾਈਨੈਟਿਕ એનર્ਜੀ ਦੀ ਗਣਨਾ ਕਰੀਏ। ਇਸ ਲਈ E ਕਾਈਨੈਟਿਕ ਹੈ। ਇਸ ਲਈ ਮੇਰੇ ਕੋਲ ਇਹ ਹੈ ਜੋ ਕਾਈਨੈਟਿਕ એનર્ਜੀ ਲਈ ਲੰਬੇ ਐਕਸਪ੍ਰੈਸ਼ਨ ਵਰਗਾ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਮੇਰੇ ਕੋਲ ਪੋਟੈਂਸ਼ੀਅਲ એનર્ਜੀ ਲਈ ਇੱਕ ਹੋਰ ਹੋਵੇਗਾ। ਇਸ ਲਈ ਯਾਦ ਰੱਖੋ ਕਿ ਇਹ ਸਭ nਵੇਂ ਨਾਰਮਲ ਮੋਡ ਲਈ ਹਨ। ਇਸ ਲਈ ਹੁਣ ਸਾਡੇ ਕੋਲ ਇਹ ਦੋ ਐਕਸਪ੍ਰੈਸ਼ਨ ਹਨ। ਇਹ URL ਇੱਕ ਲਈ ਸਿੰਪਲ ਇੰਟੀਗਰਲ ਹਨ। ਇਸ ਲਈ ਮੈਂ ਤੁਹਾਨੂੰ ਇਸ ਨੂੰ ਜਵਾਬ ਵਿੱਚ ਪਲੱਗ ਇਨ ਕਰਨ ਲਈ ਬੇਨਤੀ ਕਰਦਾ ਹਾਂ। ਤੁਹਾਨੂੰ ਅੰਤ ਵਿੱਚ ਇਹ ਐਕਸਪ੍ਰੈਸ਼ਨ ਪ੍ਰਾਪਤ ਹੋਣਾ ਚਾਹੀਦਾ ਹੈ। ਇਸ ਲਈ ਮੈਂ ਕੁੱਲ એનર્ਜੀ ਨੂੰ En ਦੁਆਰਾ ਦਰਸਾਉਂਦਾ ਹਾਂ। ਇਹ nਵੇਂ ਨਾਰਮਲ ਮੋਡ ਵਿੱਚ એનર્ਜੀ ਹੈ। ਇਹ ਕਾਈਨੈਟਿਕ ਅਤੇ ਪੋਟੈਂਸ਼ੀਅਲ એનર્ਜੀ ਦਾ ਜੋੜ ਹੋਵੇਗਾ। ਬੇਸ਼ੱਕ ρ ਕੁੱਲ ਲੰਬਾਈ ਕੇਵਲ ਸਟ੍ਰਿੰਗ ਦਾ ਕੁੱਲ ਮਾਸ ਹੈ। ਇਹ ਹੋਵੇਗਾ 1/4 m ω n²
ਕਿ n ਸਕੁਏਅਰ ਪਲੱਸ bn ਸਕੁਏਅਰ, ਅਤੇ ਇਹਨਾਂ ਵਿੱਚੋਂ ਹਰੇਕ ਇੰਟੀਗਰਲ 1/2 ਦੀ ਵੈਲਿਊ ਦਾ ਯੋਗਦਾਨ ਦੇਵੇਗਾ। ਇੱਥੇ ਫਿਰ ਸਾਡੇ ਕੋਲ nਵੇਂ ਨਾਰਮਲ ਮੋਡ ਦੀ એનર્ਜੀ ਲਈ ਇੱਕ ਐਕਸਪ੍ਰੈਸ਼ਨ ਹੈ। ਮੈਂ ਕੁੱਲ એનર્ਜੀ ਲਈ ਇਸ ਨਤੀਜੇ ਦੇ ਨਾਲ ਇਸ ਮੋਡਿਊਲ ਨੂੰ ਬੰਦ ਕਰ ਦਿਆਂਗਾ, ਅਤੇ ਅਗਲੇ ਮੋਡਿਊਲ ਵਿੱਚ ਅਸੀਂ ਦੇਖਾਂਗੇ ਕਿ ਇੰਪੀਡੈਂਸ ਮੈਚਿੰਗ ਕੰਡੀਸ਼ਨ ਕੀ ਹੈ।